ਗੁਰੂ ਨਾਨਕ ਦਾ ਸਿਧਾਂਤ ਅਤੇ ਸੇਵਾ। ਇਹ ਸਿਧਾਂਤ ਸੇਵਾ ਵੱਖ-ਵੱਖ ਤਰੀਕਿਆਂ ਨਾਲ ਗੁਰੂ ਨਾਨਕ ਦੇ ਲਾਲ, ਗੁਰੂ ਨਾਨਕ ਦੇ ਜਿਹੜੇ ਬੱਚੇ ਨੇ ਉਹ ਕਰਦੇ ਨੇ। ਪਰ ਉਹ ਸ਼ਖਸੀਅਤਾਂ ਨੇ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਜਿਹੜੇ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ। ਅੱਜ ਇੱਕ ਖਾਸ ਸ਼ਖਸੀਅਤ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਦੀ ਅਗਰ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਗਿਣਤੀ ਥੋੜ੍ਹੀ ਹੈ। ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦੇ ਹਾਂ। ਅੱਜ ਸਾਡੇ ਨਾਲ ਨੇ ਦੁਬਈ ਤੋਂ ਕੰਧਾਰੀ ਜੀ, ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕੰਧਾਰੀ, ਇਹ ਕਿਸੇ ਵੀ ਅਗਰ ਅਸੀਂ ਇੰਟਰੋਡਕਸ਼ਨ ਦਈਏ ਤੇ ਉਹਦੇ ਮੁਹਤਾਜ ਨਹੀਂ ਨੇ। ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਦੀ ਗੁਰੂ ਘਰ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਮੈਂ ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ ਜੀ ਨੂੰ ਬੇਨਤੀ ਕਰਾਂਗਾ ਕਿ ਦਿਲ ਦੀਆਂ ਗੱਲਾਂ ਕਰਨਗੇ ਅੱਜ ਕੰਧਾਰੀ ਸਾਹਿਬ ਨਾਲ। ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ। बहुत बहुत धन्यवाद। करिए दिल ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜਾ ਸਾਂਸੀ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ, ਸਿੱਖੀ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅਸੀਂ ਮਹਿਮਾਨ ਨੂੰ ਆਪ ਦੇ ਰੂਬਰੂ ਕਰਾਉਂਦੇ ਹਾਂ ਹਰ ਰੋਜ਼, ਔਰ ਅੱਜ ਦੇ ਮਹਿਮਾਨ ਬਾਰੇ ਜਿੱਦਾਂ ਕਿ ਤੁਹਾਨੂੰ ਹਰਜੋਤ ਸ਼ਾਹ ਸਿੰਘ ਦੱਸ ਰਹੇ ਸਨ, ਇਹ ਪ੍ਰਧਾਨ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ, ਵੈਲ ਨੋਨ ਇੰਡਸਟਰੀਲਿਸਟ ਨੇ, ਲਿਖਾਰੀ ਨੇ, ਪੀਸ ਲਵਰ ਨੇ ਤੇ ਸਰਬ ਧਰਮ ਯਾਨੀ ਇੰਟਰਫੇਥ ਦੇ ਪੱਕੇ ਮੁਦਈ ਨੇ, ਔਰ ਇੰਟਰਨੈਸ਼ਨਲ ਫੋਰਮ ਤੇ UAE ਦੀ ਦਾ ਰਿਪਰੈਜ਼ੈਂਟੇਟਿਵ ਬਣ ਕੇ ਇਹਨਾਂ ਨੂੰ ਮਾਣ ਪ੍ਰਾਪਤ ਹੋਇਆ ਕਿ ਮਨੁੱਖਤਾ ਦੀ ਸੇਵਾ ਕਰਨ ਦਾ, ਪਿਆਰ ਵੰਡਣ ਦਾ, ਪਿਆਰ ਲੈਣ ਦਾ। ਸੋ ਸਾਡੇ ਮਹਿਮਾਨ ਸਰਦਾਰ ਸੁਰਿੰਦਰ ਸਿੰਘ ਜੀ ਕੰਧਾਰੀ ਸਾਡੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਜੀ। ਕੰਧਾਰੀ ਸਾਹਿਬ, ਆਪ ਜੀ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਵੱਲੋਂ ਔਰ ਸਿੱਖੀ ਚੈਨਲ ਦੇ ਦਰਸ਼ਕਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਫॉर ਇਨਵਾਈਟਿੰਗ ਮੀ। ਮੈਨੂੰ ਬੜੀ ਖੁਸ਼ੀ ਹੈ ਤੁਸੀਂ ਮੈਨੂੰ ਯਾਦ ਕੀਤਾ ਵੇ, ਐਂਡ ਇਫ ਆਈ ਕੈਨ ਬੀ ਆਫ ਐਨੀ ਸਰਵਿਸ ਟੂ ਹਿਊਮੈਨਿਟੀ ਆਈ ਵਿਲ ਆਲਵੇਜ਼ ਲਵ ਟੂ ਬੀ ਪਾਰਟ ਆਫ ਇਟ। ਸੋ ਸਾਡਾ ਪ੍ਰੋਗਰਾਮ ਹੈਗਾ ਕਿ ਕਰੀਏ ਦਿਲ ਦੀਆਂ ਗੱਲਾਂ, ਔਰ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਦਿਲ ਦੀਆਂ ਗੱਲਾਂ। ਤੇ ਦਿਲ ਦੀਆਂ ਗੱਲਾਂ ਦੇ ਅੰਦਰ ਹਮੇਸ਼ਾ ਇਨਸਾਨ ਆਪਣੇ ਦਿਲ ਨੂੰ ਖੋਲ ਕੇ ਉਹਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦਾ ਹੈਗਾ, ਫੀਲਿੰਗ ਨੂੰ ਐਕਸਪ੍ਰੈਸ ਕਰਦਾ ਹੈਗਾ। ਤੇ ਅੱਜ ਅਸੀਂ ਉਹ ਫੀਲਿੰਗ ਜਿਹੜੀਆਂ ਨੇ ਤੁਹਾਡੇ ਕੋਲ ਲਵਾਂਗੇ। ਸਾਡੇ ਦਰਸ਼ਕ ਤੁਹਾਡੀਆਂ ਗੱਲਾਂ ਸੁਣਨਗੇ, ਅਸੀਂ ਤੁਹਾਡੀਆਂ ਗੱਲਾਂ ਸੁਣਾਂਗੇ, ਤੁਸੀਂ ਸਾਡੇ ਨਾਲ ਗੱਲਾਂ ਕਰੋਗੇ। ਇਹ ਗੱਲਾਂ ਹੋਣਗੀਆਂ ਦਿਲ ਦੀਆਂ ਗੱਲਾਂ। ਸੋ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੋ ਮੈਂ ਆਪ ਜੀ ਨਾਲ ਪਹਿਲੀ ਜਿਹੜਾ ਮੇਰਾ ਆਪ ਜੀ ਦਾ ਅੱਜ ਪਹਿਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ, ਉਹ ਹੈ 1948 ਦੇ ਵਿਚਕਾਰ ਤੁਹਾਡਾ ਜਨਮ ਹੁੰਦਾ ਹੈ। ਮਦਰਾਸ ਦੇ ਵਿਚਕਾਰ ਤੁਸੀਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕਰਦੇ ਹੋ, ਔਰ ਫਿਰ 1976 ਦੇ ਵਿਚਕਾਰ ਦੁਬਈ ਆ ਕੇ ਇੱਕ ਸਫਲ ਇੰਡਸਟਰੀਲਿਸਟ ਦੇ ਰੂਪ ਦੇ ਵਿਚਕਾਰ ਸਥਾਪਿਤ ਹੁੰਦੇ ਹੋ। ਇਹਦੇ ਵਿਚਕਾਰ ਦਾ ਜਿਹੜਾ ਸਫ਼ਰ ਹੈ, ਇਹਦੇ ਤੇ ਦਰਸ਼ਕਾਂ ਨੂੰ ਸਾਂਝ ਪਾਓ ਕਿ ਤੁਹਾਨੂੰ ਇਹ ਸਫ਼ਰ ਤੁਸੀਂ ਤੈਅ ਕੀਤਾ ਹੈ, ਕਿੱਦਾਂ ਉੱਥੇ ਪਹੁੰਚੇ, ਕਿੱਦਾਂ ਆਪ ਜੀ ਨੇ ਜਾ ਕੇ ਉੱਥੇ ਇੱਕ ਸਫਲ ਵਪਾਰੀ ਦੇ ਰੂਪ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਗੱਲ ਇਸ ਤੋਂ ਬਾਅਦ ਕਰਾਂਗੇ, ਇੰਟਰਨੈਸ਼ਨਲ ਕਾਨਫਰੰਸਿਸ ਦੀ ਗੱਲ ਅਸੀਂ ਬਾਅਦ ਚ ਕਰਾਂਗੇ, ਔਰ ਤੁਹਾਡੀਆਂ ਕਿਤਾਬਾਂ ਬਾਰੇ ਦੀ ਗੱਲ ਬਾਅਦ ਚ ਕਰਾਂਗੇ। ਲੇਕਿਨ ਅਜੇ ਜਿਹੜਾ ਮੇਰਾ ਪਹਿਲਾ ਪ੍ਰਸ਼ਨ ਤੁਹਾਨੂੰ ਜਾ ਰਿਹਾ ਹੈ ਉਹ ਇਹੀ ਹੈ ਕਿ ਆਪ ਜੀ 1976 ਦੇ ਵਿਚਕਾਰ ਦੁਬਈ ਦੀ ਧਰਤੀ ਤੇ ਪਹੁੰਚਦੇ ਹੋ, ਔਰ 1948 ਚ ਆਪ ਜੀ ਜਨਮ ਲੈਂਦੇ ਹੋ। ਇਹਦੇ ਵਿਚਕਾਰ ਦਾ ਔਰ ਦੁਬਈ ਪਹੁੰਚ ਕੇ ਇੱਕ ਸਫਲ ਵਪਾਰੀ ਦੇ ਰੂਪ ਵਿੱਚ, ਸਫਲ ਇੰਡਸਟਰੀਜ਼ ਦੇ ਰੂਪ ਵਿਚਕਾਰ ਆਪ ਜੀ ਸਥਾਪਿਤ ਹੁੰਦੇ ਹੋ ਔਰ ਸਮਾਜ 'ਚ ਇੱਕ ਉੱਚਾ ਰੁਤਬਾ ਹਾਸਲ ਕਰਦੇ ਹੋ। ਸਾਡੇ ਦਰਸ਼ਕਾਂ ਦੀ ਨਜ਼ਰ ਪਾਓ ਕਿ ਇਹ ਸਫ਼ਰ ਕਿੱਦਾਂ ਦਾ ਸੀ। ਦੇਖੋ 1976 ਵਿੱਚ ਮੈਂ ਦੁਬਈ ਪਹੁੰਚ ਟੂ ਐਕਸਪਲੋਰ ਦ ਪੋਸਿਬਿਲਿਟੀ ਆਫ ਸਟਾਰਟਿੰਗ ਬਿਜ਼ਨਸ ਹੀਅਰ, ਕਿਉਂਕਿ ਸਾਡੀ ਫੈਮਿਲੀ ਬਿਜ਼ਨਸ ਸੀ ਵਿਜयवाड़ा ਵਿੱਚ, ਗੁੰਟੂਰ ਵਿੱਚ, ਮਦਰਾਸ ਵਿੱਚ, ਹੈਦਰਾਬਾਦ ਵਿੱਚ। ਤੇ ਮੇਰੇ ਫਾਦਰ ਦੀ ਇੱਛਾ ਸੀ ਕਿ ਅਸੀਂ ਬਾਹਰ ਜਾਈਏ, ਬਾਹਰ ਮੁਲਕ ਵਿੱਚ ਜਾ ਕੇ ਸੈਟਲ ਹੋ ਕੇ ਉੱਥੇ ਐਕਸਪੈਂਸ਼ਨ ਕਰੀਏ। ਤੇ ਮੈਨੂੰ ਚੁਣਿਆ ਗਿਆ ਸੀ ਕਿ ਤੁਸੀਂ ਜਾ ਕੇ ਐਕਸਪਲੋਰ ਕਰੋ ਮਿਡਲ ਈਸਟ ਵਿੱਚ, ਕਿਉਂਕਿ ਉਸ ਵੇਲੇ ਆਇਲ ਬੂਮ ਸ਼ੁਰੂ ਹੋਇਆ ਸੀ 1970s ਵਿੱਚ, ਤੇ ਜਦ ਬਿਗ ਸਕੋਪ। ਤੇ ਮੈਂ ਦੁਬਈ ਆ ਕੇ ਕੋਸ਼ਿਸ਼ ਕੀਤੀ ਹੈ ਕਿ ਇੱਥੇ ਸੈਟਲ ਹੋਈਏ, ਕਿਉਂਕਿ ਇੱਥੇ ਮੈਂ ਦੇਖਿਆ ਸੀ ਕਿ ਬਹੁਤ ਹੀ ਸਕੋਪ ਹੈ। Everything was in a basic initial format
and there's a lot of scope for growth. मैं सोचा इतने दुकान खोलेंगे क्योंकि मन याद है कि there's a saying, एक सेल्समैन गया सी अफ्रीका जुतियां बेचण ਤੇ ਵਾਪਸ ਆ ਗਿਆ ਕਹਿੰਦਾ ਜੀ ਉੱਥੇ ਕੋਈ ਜੁੱਤੀਆਂ ਪਾਉਂਦਾ ਨਹੀਂ ਤੇ ਮੈਂ ਕਿਹਨੂੰ ਵੇਚਾਂਗਾ। ਬੌਸ ਨੂੰ ਬੜਾ ਗੁੱਸਾ ਆਇਆ, ਉਸੇ ਦੂਸਰਾ ਸੈਕਟਰ ਭੇਜਿਆ। ਦੂਸਰਾ ਸੈਕਟਰ में जाकर कहता जी ਉੱਥੇ ਕੋਈ ਜੁੱਤੀ ਪਾਉਂਦੇ ਨਹੀਂ, ਬੜੇ ਸਕੋਪ ਹੈ, मैं तो जुतियां बेचांगा। And same example was in Dubai when I came to Dubai. इसलिए there's no organized टायर और बैटरी बिजनेस, तो मैंने सोचा बड़ा स्कोप है इतने क्योंकि ਅਸੀਂ ऑर्गेनाइज्ड टायर बैटरी बिजनेस शुरू करांगे तो ਅਸੀਂ ओवरनाइट सक्सेस ਸਾਨੂੰ मिल जाएगा। And that is the basic starting point by 1976. We started with the trading business and then we went into manufacturing. We are now the 4th largest industrial battery manufacturer in the world. We also do automotive battery manufacturing. ਤੇ ਸਾਨੂੰ ਦੁਬਈ ਨਾਲ ਬਹੁਤ ਲਾਭ ਮਿਲਿਆ ਕਿਉਂਕਿ ਦੁਬਈ ਗਵਰਨਮੈਂਟ ਇਜ਼ ਵੈਰੀ ਪ੍ਰੈਗਮੈਟਿਕ ਐਂਡ ਵੈਰੀ ਸਪੋਰਟਿਵ ਟੂ ਬਿਜ਼ਨਸ। ਸਾਨੂੰ ਬਹੁਤ ਹੀ ਐਡਵਾਂਟੇਜ ਮਿਲਿਆ, ਸਾਨੂੰ ਸਪੋਰਟ ਮਿਲਿਆ ਗਵਰਨਮੈਂਟ ਦਾ। ਸੋ ਵੀ ਆਰ ਏਬਲ ਟੂ ਐਸਟੈਬਲਿਸ਼ ਅ ਵੈਰੀ strong solid base. And now we are working in 6 continents. We have offices in China, India, Europe, America, South America. ਤੇ I think ਰੱਬ ਦੀ ਬੜੀ ਮਿਹਰ ਹੈ, ਅਤੇ ਰੱਬ ਦੇ ਬੜਾ ਸ਼ੁਕਰਗੁਜ਼ਾਰ ਹਾਂ कि सानू ये मौका मिले बिजनेस एक्सपेंशन करने का। And Dubai as a base is the best base to have because there's no taxation here and there's no interference from the government too much. तो सीधा काम करोगे तो गवर्नमेंट थोड़े नाल है, पुठे काम करोगे तो बहुत तकलीफ होएगी। So we are very grateful to the government of Dubai who give us full support and they're very pragmatic. सानू बहुत लाभ मिले तो we are so happy to be able to establish a strong business foundation in Dubai. So ਕੰਧਾਰੀ ਸਾਹਿਬ, ਮੈਂ ਆਪ ਜੀ ਦੇ ਕੋਲੋਂ ਆਪ ਜੀ ਦੇ ਸਫ਼ਰ ਦੇ ਬਾਰੇ ਜਾਣਕਾਰੀ ਲਈ ਹੈ ਔਰ ਦਰਸ਼ਕਾਂ ਨੂੰ ਇਹਦੇ ਬਾਰੇ ਜਾਣ ਕੇ ਖੁਸ਼ੀ ਹੋਈ ਕਿ ਇਹਦੇ ਅੰਦਰ ਬੜੀ ਅੰਡਰਲਾਈਨ ਕਰਨ ਵਾਲੀ ਗੱਲ ਹੈ ਕਿ ਜੇ ਤੁਸੀਂ ਓਨੈਸਟਲੀ ਔਰ ਸਰਕਾਰ ਦੇ ਨਾਲ ਠੀਕ ਤਰੀਕੇ ਦੇ ਨਾਲ ਕੰਮ ਕਰਦੇ ਹੋ, ਪੋਜ਼ਿਟਿਵ ਅਪਰੋਚ ਲੈ ਕੇ ਕੰਮ ਕਰਦੇ ਹੋ ਤੇ ਤੁਹਾਡੇ ਸਫਲਤਾ ਤੁਹਾਡੇ ਪੈਰ ਚੁੰਮਦੀ ਹੈ। ਔਰ ਜੇ ਤੁਸੀਂ ਨੈਗੇਟਿਵਿਟੀ ਨਾਲ ਗੱਲ ਕਰਦੇ ਹੋ ਜਾਂ ਕਾਨੂੰਨ ਦੇ ਖਿਲਾਫ ਜਾ ਕੇ ਗੱਲ ਕਰਦੇ ਹੋ ਤਾਂ ਫਿਰ ਤਾਂ ਕੋਈ ਵੀ ਸਰਕਾਰ ਤੁਹਾਨੂੰ ਸਪੋਰਟ ਨਹੀਂ ਕਰੇਗੀ। ਸੋ ਬਹੁਤ ਅੱਛੀ ਗੱਲ ਲੱਗੀ ਤੁਹਾਡੀ। ਮੇਰਾ ਅਗਲਾ ਪ੍ਰਸ਼ਨ ਹੈ, ਤੁਸੀਂ ਮੈਂ ਤੇ ਕਹਾਂਗਾ ਗੁਰੂ ਦੀ ਕਿਰਪਾ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਜਿਹੜਾ ਕਿ ਦੁਨੀਆ ਦੇ ਅੰਦਰ ਇੱਕ ਆਰਕੀਟੈਕਟ ਦੇ ਰੂਪ ਦੇ ਵਿਚਕਾਰ ਇੱਕ ਬੜੀ ਵੱਡੀ ਮਿਸਾਲ ਹੈ ਔਰ ਸਾਡੇ ਪ੍ਰੋਗਰਾਮ ਦੇ ਅੰਦਰ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਵੀ ਕਰ ਰਹੇ ਹੋ ਜਿਹੜੇ ਕਿ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਪਿਕਚਰ ਤੁਹਾਡੇ ਸਾਹਮਣੇ ਆ ਰਹੀ ਹੈ। ਔਰ ਨਾਲ ਹੀ ਆਪ ਜੀ ਕੋਲੋਂ ਮੈਂ ਪਤਾ ਕਰਨਾ ਚਾਹਾਂਗਾ ਕਿ 13 ਅਪ੍ਰੈਲ 2017 ਜਦੋਂ ਕਿ ਜਿਹਦੇ ਆਪ ਜੀ ਨੂੰ ਮਹਾਰਾਜ ਦੇ ਝੋਲੀ ਦੇ ਵਿੱਚ ਆਪ ਜੀ ਦੀ ਝੋਲੀ ਦੇ ਵਿਚਕਾਰ ਪ੍ਰਧਾਨਗੀ ਦੀ ਸੇਵਾ ਪਾਈ ਹੋਈ ਹੈ ਜਾਂ ਚੇਅਰਮੈਨ ਜਾਂ ਪ੍ਰਧਾਨ ਸਾਹਿਬ ਦੀ ਸੇਵਾ ਪਾਈ ਹੈ। 13 ਅਪ੍ਰੈਲ 2017 ਨੂੰ ਜਦੋਂ ਗੁਰਦੁਆਰਾ ਸਾਹਿਬਾਨ ਦੀ ਓਪਨਿੰਗ ਹੁੰਦੀ ਹੈ ਉਸ ਵੇਲੇ ਦੇ ਮੂਵਮੈਂਟਸ ਆਈ ਵਾਂਟ ਟੂ ਸ਼ੇਅਰ ਕਿ ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰੋ ਕਿ 101 ਇੰਟਰਨੈਸ਼ਨਲ ਕਮਿਊਨਿਟੀ ਨੂੰ ਇਕੱਠਿਆਂ ਲੰਗਰ ਵਾਸਤੇ ਇਨਵਾਈਟ ਕਰਨਾ, ਫਿਰ ਉਹਨਾਂ ਨੂੰ ਸਾਰਾ ਅਰੇਂਜ ਕਰਕੇ ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਗੁਰੂ ਨਾਨਕ ਦਾ ਸਿਧਾਂਤ ਵੰਡਣਾ ਔਰ ਗੁਰੂ ਨਾਨਕ ਦੀ ਫਿਲਾਸਫੀ ਨੂੰ ਉਹਨਾਂ ਤੱਕ ਪਹੁੰਚਾਉਣਾ ਔਰ ਇਹਦੇ ਵਿਚਕਾਰ ਉਹਨਾਂ ਆਪਣੀ ਸੰਸਥਾ ਦਾ ਨਾਮ ਔਰ ਆਪਣਾ ਨਾਮ ਜਿਹੜਾ ਹੈ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿਚਕਾਰ ਸ਼ਾਮਲ ਕਰਾ ਲੈਣਾ, ਇਹਦੀ ਸਫਲਤਾ ਦਾ ਪਹਿਲੀ ਗੱਲ ਤਾਂ ਸ਼ੁਕਰਾਨਾ ਅਕਾਲ ਪੁਰਖ ਦਾ ਤੇ ਹੈ ਹੀ ਹੈ। ਉੱਥੇ ਤੁਹਾਨੂੰ ਉਸ ਵੇਲੇ ਕੈਸੇ ਉਹ ਮਹਿਸੂਸ ਹੁੰਦਾ ਸੀ ਉਸ ਵੇਲੇ ਕਿ ਵਾਹਿਗੁਰੂ ਤੇਰੀ ਕਿਰਪਾ ਨਾਲ 101 ਕਮਿਊਨਿਟੀ ਇਕੱਠੀ ਬੈਠ ਕੇ ਅੱਜ ਗੁਰੂ ਕਾ ਲੰਗਰ ਔਰ ਜਿਹੜੀ ਫਿਲਾਸਫੀ ਉਹਨੂੰ ਧਾਰਨਾ ਪ੍ਰਾਪਤ ਕਰ ਰਹੀ ਹੈ। देखो जी, दुबई गुरुद्वारा 2012 19 जनवरी 2012 ਸ਼ੁਰੂ ਹੋਇਆ ਸੀ ਕਿ ਅਸੀਂ ਮਹਿਸੂਸ ਕੀਤਾ ਹੋਵੇ ਕਿ ਦੁਬਈ ਵਿੱਚ 209 ਨੈਸ਼ਨੈਲਿਟੀਜ਼ ਮੌਜੂਦ ਹਨ ਕਿ ਇਸ ਵੇਲੇ ਕਿਉਂ ਨਾ ਸਾਰਿਆਂ ਨੂੰ ਬੁਲਾ ਕੇ ਕੋਸ਼ਿਸ਼ ਕਰੀਏ, ਗੁਰਦੁਆਰਾ ਦਿਖਾਈਏ ਸਾਰਿਆਂ ਨੂੰ ਗੁਰੂ ਦੀ ਜੋ ਬਾਣੀ ਹੈ ਉਹ ਸਮਝਾਈਏ ਲੋਕਾਂ ਨੂੰ ਕਿਉਂਕਿ 550 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਇੰਟਰਫੇਸ ਸ਼ੁਰੂ ਕੀਤਾ ਸੀ ਉਹਨਾਂ ਇੱਕੋ ਕਿਹਾ ਸੀ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਐਂਡ ਦੈਟ ਹੈਜ਼ ਬੀਨ ਪਾਰਟ ਆਫ ਆਵਰ DNA। ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰੇ ਦੁਨੀਆ ਵਿੱਚ ਇਹ ਫੈਲੀਏ ਸਿੱਖੀ ਦੇ ਬਾਰੇ, ਗੁਰੂ ਨਾਨਕ ਦੇਵ ਦੀ ਟੀਚਿੰਗਸ ਦੇ ਬਾਰੇ
and this is the best way to go forward कि सारे ਨੂੰ ਗੁਰਦੁਆਰੇ ਬੁਲਾ ਕੇ ਅਸੀਂ ਸਾਰਿਆਂ ਨੂੰ ਨਾਸ਼ਤਾ ਖਵਾਈਏ, and we achieved 101 nationalities and got into the Guinness Book of Record. ਇਹ ਬਹੁਤ ਲੋਕਾਂ ਨੂੰ ਖੁਸ਼ੀ ਹੋਈ ਹੈ ਕਿ they all came to the ਗੁਰਦੁਆਰਾ, they all had breakfast. Total ਕੁਝ 600 ਕਰੀਬ ਬੰਦੇ ਆਏ ਸਨ, and we could only register 101 nationalities, but this we got into Guinness Book of Record, and we today the no institution in the whole world which is able to collect 101 nationalities at one time. ਇਸ ਦੀ ਬੜੀ ਕਿਰਪਾ ਹੋਈ ਹੈ, ਸਾਡੀ ਸੇਵਾ ਸਫਲ ਹੋਈ ਹੈ, ਤੇ ਇਸ ਮਿਸਾਲ ਪੈਦਾ ਹੋ ਗਿਆ ਕਿ ਗੁਰਦੁਆਰਾ ਜਿਹੜਾ ਵੇ ਇਟਸ ਓਪਨ ਟੂ ਆਲ ਨੈਸ਼ਨੈਲਿਟੀਜ਼, ਆਲ ਰਿਲੀਜਨ, ਆਲ ਕਾਸਟ, ਆਲ ਕ੍ਰੀਡ, ਕਿ ਸਾਡੀ ਇਹ ਹੁਣ ਸਾਡੀ ਇੱਛਾ ਹੁੰਦੀ ਹੈ ਕਿ ਅਸੀਂ ਜਿਹੜਾ ਵੀ ਗੁਰਦੁਆਰੇ ਆਵੇ ਹੀ ਇਜ਼ ਮੋਸਟ ਵੈਲਕਮ, ਵੀ ਗਿਵ ਹਿਮ ਦ ਹਾਈਐਸਟ ਰਿਸਪੈਕਟ, ਜ਼ਰੂਰ ਲੰਗਰ ਖਾ ਕੇ ਜਾਵੇ, ਜ਼ਰੂਰ ਸਿੱਖੀ ਬਾਰੇ ਕੁਝ ਜਾਣ ਕੇ ਜਾਵੇ, and try to emulate the teachings of Guru Nanak Dev Ji, which is to be a good human being. ਸਰ ਸੁਰਿੰਦਰ ਸਿੰਘ ਕੰਧਾਰੀ ਜੀ, ਮੈਂ ਤੁਹਾਨੂੰ ਬੜੇ ਅੱਛੇ ਤਰੀਕੇ ਦੇ ਨਾਲ ਤੁਸੀਂ ਸਾਨੂੰ ਗੱਲ ਨੂੰ ਦੱਸਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਇੰਟਰਫੇਥ ਦੀ ਗੱਲ ਸੀ, ਡਾਇਲੌਗ ਦੀ ਗੱਲ ਸੀ, ਇਹ ਬੜਾ ਵੱਡਾ ਇੱਕ ਮੈਸੇਜ ਸੀ, ਔਰ ਉਸ ਮੈਸੇਜ ਨੂੰ ਸਪਰੈਡ ਕਰਨ ਵਾਸਤੇ ਗੁਰਦੁਆਰਾ ਇੱਕ ਕੇਂਦਰ ਹੈ। ਗੁਰਦੁਆਰਾ ਇਜ਼ ਦ ਸੈਂਟਰ ਫॉर द पर्पस ऑफ गिविंग द मैसेज ऑफ द इंटरफेथ। तो बहुत अच्छा लगा ਤੁਹਾਡੇ ਕੋਲ ਸੁਣ ਕੇ। ਮੈਂ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨਾ ਚਾਹਨਾ ਕਿ ਅੱਜ ਸਾਡੇ ਨਾਲ ਸੁਰਿੰਦਰ ਸਿੰਘ ਜੀ ਕੰਧਾਰੀ ਜਿਹੜੇ ਕਿ ਦੁਬਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ ਔਰ ਨਾਲ ਇੱਕ ਸਫਲ ਇੰਡਸਟਰੀਲਿਸਟ ਨੇ, ਔਰ ਇਹਨਾਂ ਨੇ यूएई ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਬਣ ਕੇ ਇੰਟਰਫੇਥ ਆਫ ਪੀਸ ਦੀਆਂ ਬਹੁਤ ਸਾਰੀਆਂ ਇੰਟਰਨੈਸ਼ਨਲ ਕਾਨਫਰੰਸਿਸ ਵੀ ਅਟੈਂਡ ਕੀਤੀਆਂ ਨੇ, ਔਰ ਇਹ ਅੱਜ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰ ਰਹੇ ਨੇ। ਜੇ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਹੈ ਔਰ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪ ਜੀ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਆ ਰਿਹਾ, ਉਹਦੇ ਤੇ ਤੁਸੀਂ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਦਿਓ, ਅਸੀਂ ਆਪ ਜੀ ਨੂੰ ਸੱਦਾ ਦੇਵਾਂਗੇ। ਔਰ ਇਸ ਤਰ੍ਹਾਂ ਸਿੱਖੀ ਚੈਨਲ ਦੀ ਸਕਰੀਨ ਦੇ ਉੱਤੇ ਫੋਨ ਨੰਬਰ ਆ ਰਹੇ, ਉਸ ਨੰਬਰ ਦੇ ਉੱਤੇ WhatsApp ਕਾਲ ਦਿਓ, ਮਿਸ ਕਾਲ ਦਿਓ ਜਾਂ ਮੈਸੇਜ ਦਿਓ, ਅਸੀਂ ਆਪ ਜੀ ਨੂੰ ਸੰਪਰਕ ਕਰਾਂਗੇ। ਸੋ ਗੱਲਬਾਤ ਦਾ ਸਿਲਸਿਲਾ ਸਰਦਾਰ ਸੁਰਿੰਦਰ ਸਿੰਘ ਜੀ ਕੰਧਾਰੀ ਸਾਹਿਬ ਨਾਲ ਅਸੀਂ ਜਾਰੀ ਰੱਖਾਂਗੇ। ਔਰ ਸਰ ਸੁਰਿੰਦਰ ਸਿੰਘ ਜੀ ਕੰਧਾਰੀ ਸਾਹਿਬ, ਮੈਂ ਆਪ ਜੀ ਨੂੰ ਅਗਲਾ ਸਵਾਲ ਪੁੱਛਣ ਜਾ ਰਿਹਾ ਹਾਂ ਕਿ ਜਦੋਂ ਕਿ ਇਹ ਗੁਰਦੁਆਰਾ ਸਾਹਿਬ ਦੀ ਆਈਡੀਆ ਕਨਸੀਵ ਕੀਤਾ ਸੀ, ਔਰ ਇਸ ਆਈਡੀਆ ਦੇ ਜੋ ਕਿਉਂਕਿ ਤੁਸੀਂ ਤਾਂ ਉਹਦੇ ਉੱਤੇ ਕਿਤਾਬ ਵੀ ਲਿਖੀ, ਉਹਨੂੰ ਮੈਂ ਬਾਅਦ ਡਿਸਕਸ ਕਰਾਂਗਾ ਕਿਤਾਬ ਬਾਰੇ, ਲੇਕਿਨ ਮੈਂ ਤੁਹਾਡੇ ਆਈਡੀਆ ਦੀ ਗੱਲ ਕਰਨ ਜਦੋਂ ਕਨਸੀਵ ਕੀਤਾ, ਇੱਕ ਜਗ੍ਹਾ ਮੈਨੂੰ ਇਹ ਮੈਂਸ਼ਨ ਹੋਇਆ ਕਿ ਤੁਹਾਡੇ ਦਾਦਾ ਜੀ ਨੇ, ਤੁਹਾਡੇ ਗ੍ਰੈਂਡਫਾਦਰ ਨੇ ਇਸ ਗੱਲ ਦੀ ਮੰਗ ਤੁਹਾਡੇ ਕੋਲ ਕੀਤੀ ਸੀ ਕਿ ਵੀ ਮੈਂ ਇੱਕ ਗੁਰਦੁਆਰਾ, ਕਿਉਂਕਿ ਸਾਡੇ ਸਿੱਖ ਦੇ ਜੀਵਨ ਦਾ ਗੁਰਦੁਆਰਾ ਇੱਕ ਬੜਾ ਵੱਡਾ ਹਿੱਸਾ ਹੈ, ਔਰ ਗੁਰਦੁਆਰੇ ਦੇ ਨਾਲ ਜੁੜੇ ਬਗੈਰ ਸਿੱਖ ਰਹਿ ਨਹੀਂ ਸਕਦਾ। ਤੋ ਤੁਹਾਨੂੰ ਤੁਹਾਡੇ ਦਾਦਾ ਜੀ, ਦਾਦੀ ਜੀ, ਮਾਤਾ ਜੀ, ਪਿਤਾ ਜੀ, ਔਰ really I'm proud to say that your wife is supporting you in that particular project। ਤੁਸੀਂ ਉਹਨਾਂ ਤੇ ਥੋੜਾ ਜਿਹਾ ਉਹਨਾਂ ਨੂੰ ਵੀ ਕ੍ਰੈਡਿਟ ਦਿਓ ਥੋੜਾ ਜਿਹਾ, ਕਿਉਂਕਿ ਅੱਜ ਮੈਂ ਚਾਹਾਂਗਾ ਕਿ ਇਸ ਪ੍ਰੋਗਰਾਮ ਦੇ ਅੰਦਰ your grandfather, your grandmother, your wife and your father and mother should be acknowledged here also। Thank you very much ਜੀ, because I think ਵੱਡਿਆਂ ਦੀ ਆਸ਼ੀਰਵਾਦ ਨਾ ਹੋਵੇ, ਵੱਡਿਆਂ ਦੀ ਸਿੱਖਿਆ ਨਾ ਹੋਵੇ ਤੇ ਬੰਦਾ ਸਫਲ ਨਹੀਂ ਹੋ ਸਕਦਾ। ਮੈਂ ਵਿਜੈਵਾੜਾ ਵਿੱਚ ਜਿਹੜੇ 8 ਸਾਲ ਦਾ ਸਾਂ ਤੇ ਮੇਰੇ ਗ੍ਰੈਂਡਫਾਦਰ ਚੌਧਰੀ ਆਤਮਾ ਸਿੰਘ ਜੀ ਨੇ ਪਹਿਲਾ ਗੁਰਦੁਆਰਾ ਬਣਾਇਆ ਸੀ ਵਿਜੈਵਾੜਾ ਵਿੱਚ, ਤੇ ਮੈਂ ਉਹਨਾਂ ਨਾਲ ਹਮੇਸ਼ਾ ਜਾਂਦਾ ਸੀ ਗੁਰਦੁਆਰੇ ਰੋਜ਼। ਤੇ ਇੱਕ ਦਿਨ ਉਹਨਾਂ ਮਨ ਕਿਹਾ, ਬੱਚਿਆ ਤੂੰ ਵੱਡੇ ਹੋ ਸੇ, ਤੂੰ ਹੀ ਗੁਰਦੁਆਰਾ ਜ਼ਰੂਰ ਬਣਾਵੀਂ। ਮੈਂ ਉਸ ਹੱਸ ਪਿਆ ਸਾਂ, ਬਟ ਉਹ ਜੇ ਚੀਜ਼ ਮੇਰੇ ਦਿਲ ਵਿੱਚ ਰਹਿ ਗਈ ਸੀ ਗੱਲ। ਤੇ ਵੈਨ ਵੀ ਗॉट ਦ ਫਸਟ ਓਪਰਚੁਨਿਟੀ ਇਨ ਦੁਬਈ, ਤੇ ਮੈਂ ਫਿਰ ਗਵਰਨਮੈਂਟ ਨੂੰ ਅਪਰੋਚ ਕੀਤਾ ਵੇ ਕਿ ਸਾਨੂੰ ਸਿੱਖਾਂ ਨੂੰ ਇੱਥੇ ਮੌਕਾ ਮਿਲਣਾ ਚਾਹੀਦਾ ਗੁਰਦੁਆਰੇ ਬਣਾਉਣ ਦਾ, ਐਂਡ ਵੀ ਰੀਅਲੀ ਸਕਸੀਡਡ। ਇਸ ਵਿੱਚ ਮੇਰੇ ਦਾਦਾ ਜੀ, ਦਾਦੀ ਜੀ ਦਾ ਆਸ਼ੀਰਵਾਦ ਹੈ, ਮੇਰੇ ਫਾਦਰ ਸਰਦਾਰ ਹਰਬੰਸ ਸਿੰਘ ਕੰਧਾਰੀ ਤੇ ਮੇਰੇ ਮਦਰ ਮਿਸਿਸ ਸੁਰਜੀਤ ਕੌਰ ਕੰਧਾਰੀ, ਦੋਵਾਂ ਨੇ ਬਹੁਤ ਹੀ ਮੈਨੂੰ ਆਸ਼ੀਰਵਾਦ ਦਿੱਤੀ ਹੈ। Plus also my wife Bubbles Kandari has been a big asset, big supporter। देखो जी, घर कहते घर सुख ते बाहर सुख, घर सुख नहीं ते बाहर सुख नहीं, बिल्कुल ठीक है। And Bubble has been a very big support to me, and we both together as a team worked hard to see that we make a dream Gurdwara where सारे बंदे आके खुश होवन, कीर्तन दा लाभ उठावन, लंगर छकण ते जेड़ा गुरुद्वारे आवे उस सुकून मिले, शांति मिले एंड बड़ा खुश हो जावे।
ਐਂਡ ਅਸੀਂ ਹਮੇਸ਼ਾ ਇਹ ਕੰਦਾਰੀ ਕਰਨੇ ਕਿ ਸਿੱਖੀ ਦੇ ਬਾਰੇ ਜ਼ਰੂਰ ਅਸੀਂ ਗੁਰਦੁਆਰੇ ਕਾਫੀ ਸਮਝਾਉਂਦੇ ਹਾਂ ਲੋਕਾਂ ਨੂੰ, ਐਂਡ ਵੀ ਸਪਰੈਡ ਦ ਮੈਸੇਜ ਆਫ ਗੁਰੂ ਨਾਨਕ ਦੇਵ ਜੀ which is to be a good human being. Before you are a good Christian, before you are a good Muslim, before you are a good Hindu, you have to be a good human being. That is the message we pass to everybody who comes to the Gurdwara, and we promote humanity in a very big way. I think ਮੈਨੂੰ ਲੱਗਦਾ ਕਿ ਤੁਹਾਨੂੰ ਇੱਥੇ ਜਿਹੜਾ ਤੁਸੀਂ ਜਿਹੜੀ ਯੂਏ ਦੀ ਗਵਰਨਮੈਂਟ ਸੀ ਉਹਦੇ ਨਾਲ ਜਦੋਂ ਤੁਸੀਂ ਕੀਤਾ, ਕਿੰਗ ਦੀ ਸਪੋਰਟ ਨਾ ਹੁੰਦੀ ਤੇ ਸ਼ਾਇਦ ਸਫਲਤਾ ਮਿਲਣੀ ਮੁਸ਼ਕਲ ਸੀ, ਤੇ ਅੱਜ ਅਸੀਂ ਉਹਨੂੰ ਵੀ ਐਕਨੋਲੇਜ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਉਸ ਧਰਤੀ ਦੇ ਉੱਤੇ ਆਪ ਜੀ ਨੂੰ ਗੁਰਦੁਆਰਾ ਬਣਾਉਣ ਸਾਹਿਬ ਵਾਸਤੇ ਜਿਹੜਾ ਇੱਕ ਕੀਤਾ। ਤੁਹਾਨੂੰ ਉਹਦੇ ਵਿਚਕਾਰ ਕਿੰਨੀਆਂ ਕੁ ਮੁਸ਼ਕਲਾਂ ਆਈਆਂ, ਉਹ ਤੁਸੀਂ ਥੋੜਾ ਜਿਹਾ ਸਾਨੂੰ ਦੋ ਚਾਰ ਸ਼ਬਦਾਂ ਚ ਦੱਸਣ ਦੀ ਕਿਰਪਾਲਤਾ ਕਰੋ। ਦੇਖੋ ਜੀ, 2008 ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਗੁਰਦੁਆਰਾ ਦੀ ਸੋਚ ਸਾਡੇ ਦਿਲ 'ਚ ਆਈ ਸੀ ਕਿ ਬਣਾਈਏ ਜ਼ਰੂਰ, ਤੇ ਵੀ ਅਪਰੋਚ ਦੀ ਗਵਰਨਮੈਂਟ ਆਫ ਦੁਬਈ, ਦ ਰੂਲਰ ਆਫ ਦੁਬਈ, His Highness Sheikh Mohammed bin Rashid Al Maktoum, who is the Vice President, Prime Minister and the ruler of Dubai. ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਸਲਾਮਿਕ ਅਫੇਅਰਸ ਕਮੇਟੀ ਕੋਲੋਂ ਅਪਰੂਵਲ ਲੈ ਲਓ, ਅਗਰ ਦੇ ਸੇ ਦੈਟ ਯੂ ਆਰ ਨਾਟ ਐਂਟੀ ਇਸਲਾਮ, ਵੀ ਹੈਵ ਨੋ ਆਬਜੈਕਸ਼ਨ। ਮੈਨੂੰ ਫਿਰ ਥੋੜੇ ਪੰਨੇ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਟ੍ਰਾਂਸਲੇਟ ਕਰਨੇ ਪਏ ਅਰਬਿਕ ਵਿੱਚ। ਆਲਸੋ ਆਈ ਟੋਲਡ them ਗੁਰੂ ਗ੍ਰੰਥ ਸਾਹਿਬ ਇਸਲਾਮ the word 52 times mention ਹੁੰਦਾ ਵੇ, and all the Muslim Sufi leaders ਦੇ ਸਾਰੇ ਨਾਮ ਮੌਜੂਦ ਹਨ, ਸ਼ੇਖ ਫਰੀਦ ਦੇ, ਸ਼ੇਖ ਕਬੀਰ ਦੇ। So ਉਹਨਾਂ ਸਕੇ ਬਾਕੀ so much is involved in this Guru Granth Sahib, and we all believe in one God, and we all believe in the holy book and no idol worship. They were very happy, and we told them we are only promoting humanity. We're not promoting Sikhism, we're not promoting any religion, we're only promoting humanity. That was our message to the people and to the government. And 2008 ਦੇ ਅਖੀਰ ਵਿੱਚ ਸਾਨੂੰ ਇਹ ਪਰਮਿਸ਼ਨ ਮਿਲ ਗਈ ਸੀ, ਤੇ ਸਾਨੂੰ 4 ਸਾਲ ਲੱਗੇ ਗੁਰਦੁਆਰਾ ਬਣਾਉਣ ਵਾਸਤੇ। ਤੇ 2012 ਵਿੱਚ 19 ਜਨਵਰੀ 2012 ਅਸੀਂ ਗੁਰਦੁਆਰੇ ਦੀ ਓਪਨਿੰਗ ਕੀਤੀ ਹੈ। ਤੇ ਉਸ ਵੇਲੇ ਸਵੇਰੇ 4 ਵਜੇ ਜਦੋਂ ਅਸੀਂ ਪਹਿਲਾ ਪ੍ਰਕਾਸ਼ ਕੀਤਾ ਸੀ, there were 4,000 people in the hall, and ਸਾਰੇ ਨੇ ਖਾਸ਼ ਅਸੁਸਤ, they could not believe ਕਿ ਦੁਬਈ ਵਿੱਚ ਗੁਰਦੁਆਰਾ ਬਣ ਸਕਦਾ ਹੈ। and we took all the effort to make the most modern ਗੁਰਦੁਆਰਾ in the world, so ਜਿਹੜਾ ਵੀ ਅੰਦਰ ਆਵੇ ਇੱਕ ਵਾਰੀ ਵਾਹ ਕਵੇ, and that was we achieved that। ਜਿਹੜਾ ਵੀ ਗੁਰਦੁਆਰੇ ਅੰਦਰ ਆਵੇ ਹਮੇਸ਼ਾ ਬਹੁਤ ਤਾਰੀਫ ਕਰਦਾ ਹੈ, ਕਿਉਂਕਿ ਬੜਾ ਸਕੂਨ ਮਿਲਦਾ ਹੈ। plus our standard of langar is very very high, and we are the only gurdwara in the world which has 4 ISO certifications. We have ISO 9000, 14,000, 18,000 and ISO 22,000, and we are strictly adhering to all the norms, standards of safety and security and hygiene. ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਬੰਦਾ ਲੰਗਰ ਖਾਵੇ ਕਦੇ ਕੁਝ ਤਕਲੀਫ ਨਾ ਹੋਵੇ, and we are famous in the whole world today to serve the best langar, and we are very proud about it, and we are blessed to be a Sikh and proud to be a Sikh. So I think langar is always the best langar. So ਮੈਂ ਤੁਹਾਨੂੰ ਅਗਲੀ ਗੱਲਬਾਤ ਸ਼ੁਰੂ ਕਰਾਂਗਾ ਕਿ ਆਪ ਜੀ ਨੂੰ ਯੂਏ ਦੀ ਗਵਰਨਮੈਂਟ ਵੱਲੋਂ ਐਜ਼ ਰਿਪਰੈਜ਼ੈਂਟੇਟਿਵ ਇੰਟਰਫੇਥ ਵਾਸਤੇ, ਪੀਸ ਵਾਸਤੇ, ਸ਼ਾਂਤੀ ਵਾਸਤੇ, ਭਾਈਚਾਰੇ ਵਾਸਤੇ ਆਪ ਜੀ ਨੂੰ ਵੱਖ-ਵੱਖ ਕਾਨਫਰੰਸਿਸ ਦੇ ਅੰਦਰ ਭੇਜਿਆ ਜਾਂਦਾ ਹੈ, ਔਰ ਆਪ ਜੀ ਰਿਪਰੈਜ਼ੈਂਟੇਟਿਵ ਯੂਏ ਗਵਰਨਮੈਂਟ ਦੇ ਬਣ ਕੇ ਜਾਂਦੇ ਹੋ। ਇੱਕ ਕੇਸਾ ਵਾਲਾ ਸਿੱਖ ਔਰ ਦਸਤਾਰ ਦੇ ਨਾਲ ਜਦੋਂ ਉਸ ਕਾਨਫਰੰਸ 'ਚ ਜਾਂਦਾ ਹੈ, ਮੇਰੇ ਸਵਾਲ ਦੇ 2 ਹਿੱਸੇ ਨੇ ਕਿ ਪਹਿਲਾ ਹਿੱਸਾ ਇਹ ਹੈ ਕਿ ਬਈ ਜਦੋਂ ਇੱਕ ਸਿੱਖ ਕੇਸਾਧਾਰੀ ਔਰ ਦਸਤਾਰਧਾਰੀ ਜਦੋਂ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਬਣ ਕੇ ਕਿਸੇ ਪੀਸ ਕਾਨਫਰੰਸ ਜਾਂ ਇੰਟਰਫੇਥ ਤੇ ਜਾਂਦੇ ਆ, ਉਸ ਵੇਲੇ ਜਿਹੜੇ ਉੱਥੋਂ ਦੇ ਲੋਕ ਨੇ ਜਾਂ ਤੁਹਾਡੀ ਆਡੀਅנס ਹੈ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਹੈ, ਔਰ ਤੁਹਾਨੂੰ ਆਪਣੇ ਆਪ 'ਚ ਕੈਸਾ ਫੀਲ ਹੁੰਦਾ ਉਸ ਵੇਲੇ, ਇਹ ਸਾਨੂੰ 2 ਪਾਰਟ ਵਿੱਚ ਗੱਲ ਸਮਝਾਉਣ ਦੀ ਕੋਸ਼ਿਸ਼ ਕਰੋ। ਦੇਖੋ, I've been to Australia, I've been to Malaysia, I've been to Greece, I've been to Washington, हर जगह मैं गया एज ए रिप्रेजेंटेटिव यूएई गवर्नमेंट, तो मैं बहुत अच्छी रिसेप्शन मिली है, हर जगह लोगों ने बड़ी इज्जत दी है, एंड दे ऑलवेज सेड they are very happy to see a Sikh, a turbaned Sikh representing a UAE government, because UAE government trying to pass a message of tolerance, and the only country in the world which has a minister of tolerance is UAE,
And Sheikh Nahyan bin Mubarak Al Nahyan, the Minister of Tolerance, and he always insisted जी I should travel with him wherever he goes, because the government wants to show to the whole world that UAE is a very tolerant country and promotes tolerance. And this way, I believe one thing, that the government's initiative is to take us with them, so that we can represent to them what UAE is about and what is the message of UAE. And this way, I represent Sikh Qaum, I represent UAE government, and I am able to pass a message of peace and harmony, and promote Sikhi in the right way. ਕੰਦਾਰੀ ਸਾਹਿਬ ਬਹੁਤ ਅੱਛਾ ਲੱਗਾ ਤੇ ਬੜੇ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਔਰ ਨਾਲ ਹੀ ਤੁਹਾਡੇ ਵੱਲੋਂ ਵੀ ਜਿਹੜਾ ਗੁਰੂ ਨਾਨਕ ਦਾ ਮੈਸੇਜ ਹੈ, ਗੁਰੂ ਨਾਨਕ ਦੇ ਸੁਨੇਹੇ ਨੂੰ ਦੁਨੀਆ ਤੱਕ ਪਹੁੰਚਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਹੈ, ਉਹ ਵੇ ਆਫ ਲਾਈਫ ਦਾ, ਉਹਨੂੰ ਦੁਨੀਆ ਤੱਕ ਪਹੁੰਚਾਉਣਾ ਔਰ ਨਾਲ ਹੀ ਆਪ ਨੇ ਸਿੱਖੀ ਦੇ ਮੈਸੇਜ ਨੂੰ ਦੁਨੀਆ ਤੱਕ ਪਹੁੰਚਾਉਣਾ, ਕਿਉਂਕਿ ਇਹ ਬੜੀ ਵੱਡੀ ਗੱਲ ਹੈ। ਆਪ ਨੇ, ਮੈਂ ਵਿਅਕਤੀਗਤ ਰੂਪ ਵਿੱਚ ਗੱਲ ਕਰਾਂਗਾ ਤੇ ਤੁਹਾਡੀ ਪਰਸਨੈਲਿਟੀ ਬਾਰੇ ਮੈਂ ਗੱਲ ਕਹਿ ਸਕਦਾ ਹਾਂ ਔਰ ਬੜੇ ਵਿਸ਼ਵਾਸ ਨਾਲ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੇ ਜ਼ਿੰਦਗੀ ਦੇ ਸਿਧਾਂਤ ਦਿੱਤੇ ਸੀ, ਨਾਮ ਜਪੋ, ਕਿਰਤ ਕਰੋ ਔਰ ਵੰਡ ਕੇ ਛਕੋ। ਵਾਹਿਗੁਰੂ ਨੇ ਤੁਹਾਡੇ ਕੋਲੋਂ ਵਾਹਿਗੁਰੂ ਨੇ ਤਿੰਨੋਂ ਸੇਵਾ ਲੈ ਲਈਆਂ ਨੇ ਔਰ ਤੁਸੀਂ ਤਿੰਨੋਂ ਸੇਵਾ ਕਰਦੇ ਪਏ ਹੋ। ਔਰ ਮੈਂ ਕਹਿਣਾ ਪਿਆ ਵਾਂ ਕਿ ਇਹ ਜ਼ਿੰਦਗੀ ਦੇ ਅੰਦਰ ਮੌਕਾ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਸਾਰਿਆਂ ਨੂੰ ਨਹੀਂ, ਜਾਂ ਫਿਰ ਹਿੰਮਤ ਕਰਨਾ ਸਾਰਿਆਂ ਨੂੰ ਪ੍ਰਾਪਤ ਹੋ ਸਕਦਾ ਹੈ, ਲੇਕਿਨ ਅਸੀਂ ਹਿੰਮਤ ਕਰਦੇ ਨਹੀਂ। ਖੈਰ, ਮੈਂ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹੋਏ ਹੁਣ ਆ ਰਿਹਾ ਤੁਹਾਡੀਆਂ ਕਿਤਾਬਾਂ ਦੇ ਉੱਤੇ। ਤੁਹਾਡੀਆਂ ਦੋ ਕਿਤਾਬਾਂ ਮੇਰੇ ਜ਼ੇਰੇ ਨਜ਼ਰ ਆਈਆਂ ਨੇ ਔਰ ਜਿਹੜੀ ਪਹਿਲੀ ਕਿਤਾਬ ਹੈ ਦ ਟੈਂਪਲ ਆਫ ਮਾਈ ਡ੍ਰੀਮ ਐਂਡ ਦ ਸੈਕੰਡ ਬੁੱਕ ਇਜ਼ ਲਾਈਟ ਹਾਊਸ ਆਫ ਟੋਲਰੈਂਸ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਸਰਦਾਰ ਸੁਰਿੰਦਰ ਸਿੰਘ ਕੰਧਾਰੀ ਸਾਹਿਬ ਨੂੰ ਇੰਟਰਨੈਸ਼ਨਲੀ ਕਿੰਨੇ ਅਵਾਰਡ ਮਿਲ ਚੁੱਕੇ ਨੇ। ਹਾਲਾਂਕਿ ਮੈਂ ਉਹਨਾਂ ਦੀ ਡਿਟੇਲ ਪੂਰੀ ਲਿਖਦਾ ਥੱਕ ਗਿਆ, ਕਿਉਂਕਿ ਮੈਨੂੰ ਕਾਗਜ਼ ਤੇ ਲਿਖਣੇ ਪੈ ਗਏ, ਮੈਂ ਜ਼ਬਾਨੀ ਯਾਦ ਨਹੀਂ ਕਰ ਸਕਿਆ। 2012 ਦੇ ਵਿਚਕਾਰ ਸਿੱਖ ਸੇਵਾ ਅਵਾਰਡ ਮਿਲਦਾ ਹੈ, 2014 ਦੇ ਸਿੱਖ ਜਵੈਲ ਅਵਾਰਡ ਮਿਲਦਾ ਹੈ, 2016 ਦੇ ਅੰਦਰ ਬਿਜ਼ਨਸ ਐਕਸਲੈਂਸ ਅਵਾਰਡ, 2016 ਦੇ ਪੰਜਾਬੀ ਆਈਕਨ ਅਵਾਰਡ, 2017 ਦੇ ਜਵੈਲ ਆਫ ਪੰਜਾਬ, 2017 ਚ ਪੰਜਾਬੀ ਗੌਰਵ ਅਵਾਰਡ, 2018 ਚ ਲਿਟਰੇਰੀ ਐਕਸਲੈਂਸ ਅਵਾਰਡ, 2018 ਚ ਲੀਡਰਸ਼ਿਪ ਸਮਿਟ ਅਵਾਰਡ, 2018 ਚ ਗਲੋਬਲ ਲੈਟਰੇਚਰ ਅਵਾਰਡ, 2018 ਚ ਇੰਡੀਆ ਅਵਾਰਡ ਐਕਸਲੈਂਸ ਅਵਾਰਡ। ਇਹ ਤਾਂ ਅਵਾਰਡ ਦੀ ਲਿਸਟ ਹੈ। ਔਰ ਇਸ ਤੋਂ ਇਲਾਵਾ ਇਹਨਾਂ ਨੇ ਆਪ ਦੱਸਿਆ ਕਿ ਇੰਟਰਨੈਸ਼ਨਲੀ ਕਿੰਨੀਆਂ ਕਾਨਫਰੰਸਿਸ ਇਹਨਾਂ ਨੇ ਅਟੈਂਡ ਕੀਤੀਆਂ ਨੇ ਯੂਏਈ ਗਵਰਨਮੈਂਟ ਦੇ ਨਾਲ। ਔਰ ਨਾਲ ਹੀ ਦਰਸ਼ਕੋ, ਇੱਕ ਸਫਲ ਬਿਜ਼ਨਸ ਦੇ ਅੰਦਰ ਸਫਲਤਾ ਨਾਲ ਕਿਰਤ ਕਰਕੇ ਪੋਜ਼ਿਟਿਵਲੀ ਕੰਮ ਕਰਨਾ, ਇਹ ਬੜੀ ਵੱਡੀ ਗੱਲ ਹੈ। ਔਰ ਵਾਹਿਗੁਰੂ ਨੇ ਸ਼ਾਇਦ ਇਹਨਾਂ ਦੀ ਝੋਲੀ ਇਹ ਸਾਰੀਆਂ ਸੇਵਾਵਾਂ ਇਸੇ ਕਰਕੇ ਪਾਤੀਆਂ, ਇਹ ਮਾਨ ਸਨਮਾਨ ਇਸੇ ਕਰਕੇ ਪਾਇਆ ਕਿ ਇੱਕ ਗੁਰਸਿੱਖ ਮੇਰਾ ਸੇਵਾ ਹੋ ਕਰ ਰਿਹਾ ਹੈ, ਨਮਰਤਾ ਨਾਲ, ਇਮਾਨਦਾਰੀ ਨਾਲ ਨਾਮ ਵੀ ਜਪ ਰਿਹਾ ਹੈ, ਕਿਰਤ ਵੀ ਕਰ ਰਿਹਾ ਹੈ ਔਰ ਵੰਡ ਵੀ ਛਕ ਰਿਹਾ ਹੈ ਔਰ ਆਪਣੀ ਕਿਰਤ ਕਮਾਈ ਵਿੱਚੋਂ ਆਪਣੀ ਸੇਵਾ ਵੀ ਪਾ ਰਿਹਾ। ਸੋ ਮੈਂ ਆਪ ਜੀ ਦੀਆਂ ਦੋ ਕਿਤਾਬਾਂ ਬਾਰੇ ਜ਼ਿਕਰ ਕਰ ਰਿਹਾ ਸੀ, ਦ ਟੈਂਪਲ ਆਫ ਮਾਈ ਡ੍ਰੀਮਸ ਐਂਡ ਦ ਲਾਈਟ ਹਾਊਸ ਆਫ ਟੋਲਰੈਂਸ। ਇਹਨਾਂ ਦੋਵਾਂ ਦੇ ਵਿਸ਼ੇ ਤੇ ਥੋੜਾ ਬਰੀਫ ਸਾਨੂੰ ਦੱਸੋ ਕਿ ਦੋਨੋਂ ਕਿਤਾਬਾਂ ਜਿਹੜੀਆਂ ਨੇ, ਇਹ ਮੈਨੂੰ ਵੈਸੇ ਤੇ ਟਾਈਟਲ ਤੋਂ ਕੁਝ ਸਮਝ ਆਉਣਾ ਸ਼ੁਰੂ ਹੋ ਗਿਆ, ਤੁਸੀਂ ਉਹਨੇ ਟੋਲਰੈਂਸ ਦਾ ਸ਼ਬਦ ਵੀ ਵਰਤਿਆ ਸੀ, ਤੇ ਮੈਂ ਸਮਝਦਾ ਕਿ ਵੀ ਆਪਾਂ ਦੋਨਾਂ ਦੀ ਜਾਣਕਾਰੀ ਦਰਸ਼ਕਾਂ ਨੂੰ ਦਈਏ ਤਾਂ ਕਿ ਅੱਜ ਸਾਡੇ ਪੜ੍ਹਨ ਦਾ ਸ਼ੌਕ ਘਟ ਗਿਆ। ਹੋ ਸਕਦਾ ਹੈ ਕਿ ਤੁਹਾਡੇ ਅੱਜ ਸੁਣੇ ਨਾਲ ਇਹ ਕਿਤਾਬਾਂ ਨੂੰ ਪੜ੍ਹਨ ਦਾ ਸ਼ੌਕ ਪੈਦਾ ਹੋਵੇ। देखो जी, the first book, The Temple of My Dreams, is basically my autobiography. But in my autobiography, I have tried to pass a message to the youth कि youth ਨੂੰ self confidence ਹੋਣਾ ਚਾਹੀਦਾ ਵੇ, youth ਨੂੰ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, and they should be sincere and honest to themselves. If they're sincere and honest to themselves, they will never fail. So my autobiography is basically my life history from my birth till what I am today. And in this book, I've tried to cover up all the issues which I've gone through in my business, in my social affairs, and where I've gained. So इस नाल क्या कि लोगों को experience मिल जाएगा कि मेरी जिंदगी जो है उस नाल तुसी उसका लाभ उठाओ, उस नाल तुसी you can learn a lesson from my life. And basically a message to the youth who want to start their own business. They can get tips from my book, because that book also says a lot of things about how to be a successful businessman. Apart from being a philanthropist and a social worker, I mean,
आजकल the youth, they all want to make money, they want to make business, so they can, if they read the book of mine, they'll be happy to get some tips. The second book is a book of tolerance. A book ਜਿਹੜੀ ਮੈਂ 23rd September ਨੂੰ release ਕਰ ਰਿਹਾ, and this book is basically talking about UAE and India. India is the oldest country which is practicing tolerance, and UAE is the newest country promoting tolerance. प्लस वैसे सिक्खी की काफी प्रशंसा की है, क्योंकि गुरु नानक देव जी ने 550 साल पहले तो इंटरफेथ ਨੂੰ ਪ੍ਰਮੋਟ ਕੀਤਾ ਵੇ ਐਂਡ ਟੋਲਰੈਂਸ ਨੂੰ ਪ੍ਰਮੋਟ ਕੀਤਾ ਵੇ। when he got out of the river, ਉਹਨਾਂ ਇਹ ਕਿਹਾ ਸੀ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। that language has still imbibed in everybody today. We have promote this subject of tolerance, क्योंकि आजकल लोग they forget the basics of humanity, and this book of tolerance is explains to people how they have to respect the otherness of others. There are no two people who are same. दो भरा इकट्ठे नहीं हो सकते, but if they respect each other, they tolerate each other, they understand each other, they support each other, they can be happy in life. Even देखो मियाँ बीवी विच झगड़े होते हैं, but जब तक बंदा tolerate ना करे, understand ना करे, you can never have a happy life. जिसे पहले कैसे कि घर सुख ते बाहर सुख. So one has to have happiness inside to have happiness outside. The मेरी किताब जो book of tolerance is promoting tolerance in every subject, promoting tolerance in business, tolerance in education, tolerance in family, tolerance in politics, tolerance in religion. So I mean, it's a total lot of work has been done on the book. More than 2 years have been passed, and 26th September is going to be released by Sheikh Nahyan bin Mubarak Al Nahyan, the Minister of Tolerance of UAE. वो launch करेंगे. It will be a Zoom launch क्योंकि we can't do a practical launch today because of the COVID-19 problem. लेकिन Zoom launch के लिए सारा ने invite करूँगा. I send the link out to everybody. Please join in, and you'll be happy to read the book, because this book will go on Amazon. It's going to be audible, and it's going to be storytell also. कंधारी साहब, मैंने बहुत अच्छा लगा कि दो किताबां ਜਿਹੜੀਆਂ ਨੇ, दोनों किताबां जिंदगी ਦੇ ਤਜਰਬੇ ਚੋਂ ਨਿਕਲ ਕੇ ਬਾਹਰ ਆ ਰਹੀਆਂ ਨੇ। The books are been just planned and prepared through your experience of your life, and you are giving the message to the youth and next generation कि भाई ਤੁਸੀਂ ਅਗਰ ਜ਼ਿੰਦਗੀ ਦੇ ਅੰਦਰ ਕੋਈ ਸਫਲਤਾ ਹਾਸਲ ਕਰਨਾ ਚਾਹੁੰਦੇ ਹੋ ਤੇ ਇੱਕ ਰਸਤਾ ਹੈ ਜਿਹਦੇ ਤੇ ਤੁਸੀਂ ਤੁਰ ਕੇ ਉਹਦੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਸਕਦੇ ਹੋ। ਔਰ the temple of my dream or lighthouse of the tolerance, ਇਹ ਦੋ ਕਿਤਾਬਾਂ ਜਿਹੜੀ ਕਿਤਾਬ ਆ ਰਹੀ ਹੈ ਔਰ ਇੱਕ ਕਿਤਾਬ ਆ ਚੁੱਕੀ ਹੈ। ਮੈਂ ਕੰਧਾਰੀ ਸਾਹਿਬ ਦੱਸਣਾ ਚਾਹਾਂਗਾ ਕਿ ਅੱਜ ਤੋਂ ਲਗਭਗ 2 ਸਾਲ ਪਹਿਲਾਂ ਆਪ ਜੀ ਦੇ ਗੁਰਦੁਆਰਾ ਸਾਹਿਬ ਮੈਂ ਦਰਸ਼ਨ ਕੀਤਾ ਸੀ, ਗੁਰੂ ਨਾਨਕ ਦੇ ਗੁਰਦੁਆਰੇ ਦਾ ਦਰਸ਼ਨ ਕੀਤੇ ਸਨ। ਮੈਂ ਆਪ ਉੱਥੇ ਗਿਆ ਸੀ। ਸਾਡਾ ਇੱਕ ਪ੍ਰੋਗਰਾਮ ਆਂਦਾ ਆਓ ਬਣੀਏ ਗੁਰਸਿੱਖ ਪਿਆਰਾ, ਤੇ ਮੈਂ ਉਹਨੂੰ ਹੋਸਟ ਕਰਦਾ ਵਾਂ ਤੇ ਮੇਰੇ ਨਾਲ ਵੀਰ ਹਰਜਿੰਦਰ ਸਿੰਘ ਜੀ ਵੀ ਹੋਸਟ ਕਰਦੇ ਨੇ, ਤੇ ਅਸੀਂ ਉਸ ਪ੍ਰੋਗਰਾਮ ਨੂੰ ਕਰਦੇ ਆ। ਤੇ ਮੈਂ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਰਿਹਾ ਸਾਂ ਤੇ ਤੁਹਾਡੇ ਹੈਡ ਗ੍ਰੰਥੀ ਸਾਹਿਬ ਨੇ ਮੈਨੂੰ ਕਿਤੇ ਪਹਿਚਾਨ ਲਿਆ ਤੇ ਮੈਨੂੰ ਕਹਿੰਦੇ ਆ ਸਰਦਾਰ ਕੁਲਮੂਨ ਸਿੰਘ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਜੀ ਤੁਸੀਂ ਇੰਡੀਆ ਤੋਂ ਆਏ ਹੋ? ਮੈਂ ਕਿਹਾ ਆਹੋ। ਕਹਿੰਦਾ ਮੈਂ ਤੁਹਾਨੂੰ ਪਛਾਣ ਲਿਆ ਜੀ। तो दैट्स वाज अ गुड मूवमेंट व्हेन आई हर्ड कि भाई मैं उत्थे गया, गुरुद्वारा साहब देखिया, लंगर छकिया, मैनू बहुत अच्छा लगा सारा सिस्टम नू, और बड़ा प्लान तरीके दे नाल सारा कुछ चल रहा सी। मेरा थोड़ा संपर्क नहीं होया, लेकिन हैड ग्रंथी साहब नाल मेरा संपर्क होया सी। सो मैनू बहुत अच्छा लगा एंड आई गॉट अ वेरी गुड फीडबैक फ्रॉम दी योर ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਡੇ ਵਜ਼ੀਰ ਨੇ ਉਹਨਾਂ ਪਾਸੋਂ ਬੜਾ ਅੱਛਾ ਲੱਗਾ ਸੁਣ ਕੇ। ਸੋ ਮੈਂ ਹੁਣ ਅੰਤ ਵਿੱਚ ਇੱਕ ਗੱਲ ਕਰਨਾ ਚਾਹਾਂਗਾ, ਕਿਉਂਕਿ ਹੁਣ ਸਾਡੇ ਇੰਟਰਵਿਊ ਦਾ ਸਮਾਂ ਸਮਾਪਨ ਹੋਣ ਤੇ ਆ ਗਿਆ। ਅੱਜ ਦਾ ਇੰਟਰਵਿਊ ਜਿਹੜਾ ਹੈਗਾ, ਅਸੀਂ ਤੁਹਾਡੇ ਨਾਲ ਜੇ ਗੱਲਬਾਤ ਦਾ ਸਿਲਸਿਲਾ ਸਾਡਾ ਦਿਲ ਨਹੀਂ ਭਰਿਆ, ਲੇਕਿਨ ਦਿਲ ਭਰਾਂਗੇ ਫਿਰ ਕਿਸੇ ਅਗਲੇ ਇੰਟਰਵਿਊ ਦੇ ਅੰਦਰ। ਲੇਕਿਨ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਕਰੀਏ ਦਿਲ ਦੀਆਂ ਗੱਲਾਂ, ਇਹ ਕਰੀਏ ਦਿਲ ਦੀਆਂ ਗੱਲਾਂ ਦਾ ਪ੍ਰੋਗਰਾਮ ਦਾ ਪਲੇਟਫਾਰਮ सरदार जगजीत सिंह जी दर्दी चढ़ती कला टाइम टीवी वाले और सरदार हरजोत शाह सिंह जी सिक्की चैनल, इन्होंने मिलकर यह तैयार किया, जिहदे ते दास इस प्रोग्राम को प्रेजेंट करता है एज होस्ट। मैं इत्थे तुहाडे नाल गल करना चाहांगा कि कोई ऐसी गल सरदार सुरिंदर सिंह जी कंधारी साहब तुसीं साडे व्यूअर दे नाल साझा करना चाहते हो तो जरूर सानू साझा करो साडे नाल। किताब दीयां टिप्स नूं जिहड़े पढ़नगे चंगी गल है, लेकिन अज रूबरू बैठ के जिहड़े दर्शक दुनिया भर भी देख रहे तुहानू वो चाहुंदे ने कि तुसीं कोई टिप्स अज नवी पनीरी नूं, नवी जनरेशन नूं सानू कोई दिओ, ताकि अज तुहाडे इस इंटरव्यू दे विचों असीं बहुत कुछ पहले खट लिया और बहुत कुछ अजे खटना वे, तो कुछ शब्द सानू दसो। फिर सरदार हरजोत शाह सिंह जी आप जी का धन्नवाद करनगे।
ਮੇਰੀ ਇੱਕੋ ਹੀ ਰਿਕੁਐਸਟ ਹੈ ਜੀ, ਅਸੀਂ ਸਾਰੇ ਦੁਨੀਆ ਵਿੱਚ ਸਿੱਖ ਕੌਮ ਸਾਰੀ ਦੁਨੀਆ ਸੇਵਾ ਕਰਦੀ ਹੈ, ਹਰ ਜਗ੍ਹਾ ਹਰ ਗੁਰਦੁਆਰੇ ਵਿੱਚ ਅਸੀਂ ਲੰਗਰ ਵਰਤਦੇ ਹਾਂ, ਸੇਵਾ ਕਰਨੇ ਆ, ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਪੰਜਾਬ ਵਿੱਚ ਕਾਫੀ ਗਰੀਬ ਲੋਕ ਹਨ, very poor people who cannot afford to have 2 meals a day. ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਟੋਟਲੀ। ਆਈ ਓਨਲੀ ਰਿਕੁਐਸਟ ਕਿ ਸਿੱਖ ਕੌਮ ਦੀ ਇੱਕ ਐਸਟੈਬਲਿਸ਼ਮੈਂਟ ਬਣੇ, ਇੱਕ ਪਲੇਟਫਾਰਮ ਬਣੇ ਜਿਹੜਾ ਗਰੀਬਾਂ ਦਾ ਖਿਆਲ ਰੱਖੇ, ਕਿਉਂਕਿ ਸਿੱਖ ਭਰਾ ਸਾਡੇ ਗਰੀਬ ਕਾਫੀ ਹਨ ਪੰਜਾਬ ਵਿੱਚ who need the help. ਇਨਫੈਕਟ ਅਸੀਂ ਹੁਣ ਲਾਸਟ ਵੀਕ ਅਸੀਂ ਇੱਕ ਇਨੀਸ਼ੀਏਟਿਵ ਕੀਤਾ ਹੋਇਆ ਸੀ, ਜਿੱਤੇ ਵੀ ਰਾਗੀ ਜਿੱਥੇ ਹਨ ਤੇ ਪਾਠੀ ਹਨ ਜਿਹੜੇ ਲਾਸਟ 6 ਮਹੀਨੇ ਤੋਂ ਵਿਚਾਰੇ ਬੇਰੋਜ਼ਗਾਰ ਹਨ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪੈਸੇ ਭੇਜਣ ਦੁਬਈ ਤੋਂ। We sent 20,000 rupees each to each of the ਲੋੜਵੰਦ ਰਾਗੀ and ਲੋੜਵੰਦ ਪਾਠੀ ਜਿਨ੍ਹਾਂ ਕੋਲ ਇਨਕਮ ਕੋਈ ਨਹੀਂ, ਖਾਣ ਜਗ੍ਹਾ ਖਾਣਾ ਕੋਈ ਨਹੀਂ। ਮੈਂ ਇਹ ਕੋਸ਼ਿਸ਼ ਚਾਹੁੰਦਾ ਹਾਂ ਕਿ ਲੋਕ ਸਾਰੇ ਸੋਚਣ ਇਸ ਬਾਰੇ ਕਿ ਗਰੀਬਾਂ ਦੀ ਖਿਆਲ ਰੱਖੀਏ, ਕਿਉਂਕਿ ਸਾਡੇ ਸਿੱਖ ਭਰਾ ਕਾਫੀ ਗਰੀਬ ਵੀ ਹਨ, ਸਾਰੇ ਖੁਸ਼ਹਾਲ ਨਹੀਂ। ਉਹ ਗਰੀਬਾਂ ਦਾ ਅਸੀਂ ਖਿਆਲ ਰੱਖਾਂਗੇ, ਅਸੀਂ ਰੱਬ ਦਾ ਖਿਆਲ ਰੱਖਾਂਗੇ, ਰੱਬ ਦਾ ਮੈਸੇਜ ਅਸੀਂ ਉਹਨਾਂ ਨੂੰ ਪਾਸ ਕਰਾਂਗੇ, ਕਿਉਂਕਿ they need our help, they need our support. ਰੱਬ ਨੇ ਸਾਨੂੰ ਸਭ ਕੁਝ, we are blessed to be Sikh, we are proud to be Sikh, ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ, ਲੇਕਿਨ ਗਰੀਬ ਭਰਾਵਾਂ ਦਾ ਭੈਣਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। This is my only message to all our ਸੰਗਤ all over the world ਕਿ ਪਲੀਜ਼ ਪੰਜਾਬ ਦੇ ਗਰੀਬਾਂ ਦੇ ਬਾਰੇ ਸੋਚੋ, ਉਹਨਾਂ ਦੇ ਬਾਰੇ ਕੁਝ ਕਰੋ, ਕੁਝ ਸੇਵਾ ਕਰੋ, and let's make a platform where we can all get together and serve the people. This is my only message to the people. ਸਰ ਕੰਦਾਰੀ ਸਾਹਿਬ, ਮੈਂ ਤੁਹਾਨੂੰ ਇੱਕ ਗੱਲ, ਮੈਂ ਹਮੇਸ਼ਾ ਹਰ ਪ੍ਰੋਗਰਾਮ ਦੇ ਅੰਦਰ ਕਈ ਵਾਰੀ ਮੈਨੂੰ ਇਹੋ ਜਿਹਾ ਮੌਕਾ ਜਦੋਂ ਮਿਲਦਾ ਮੈਂ ਗੱਲ ਕਰਦਾ। ਅੱਜ ਲੋੜ ਹੈ ਇੱਕ ਐਸੇ ਪਲੇਟਫਾਰਮ ਦੀ, ਜਿਹੜੇ ਪਲੇਟਫਾਰਮ ਦੇ ਅੰਦਰ ਅਸੀਂ ਇੰਟਰਨੈਸ਼ਨਲੀ, ਹਿੰਦੁਸਤਾਨ 'ਚ ਵੀ ਬੜੇ ਚੰਗੇ ਸੌਖੇ ਸਿੱਖ ਬੈਠੇ ਨੇ, ਔਰ ਦੁਬਈ ਕੀ ਹੈ, ਕੈਨੇਡਾ ਕੀ, ਅਮਰੀਕਾ ਕੀ, ਇੰਗਲੈਂਡ ਕੀ, ਬੜੀਆਂ ਥਾਂ, ਆਸਟ੍ਰੇਲੀਆ ਕੀ, ਕਈ ਮੁਲਕਾਂ ਦੇ ਅੰਦਰ ਸਾਡੇ ਬੜੇ ਸੌਖੇ ਸਿੱਖ ਬੈਠੇ ਨੇ, ਔਰ ਵਾਹਿਗੁਰੂ ਨੇ ਉਹਨਾਂ ਦੀ ਬੜੀ ਬਖਸ਼ਿਸ਼ ਵੀ ਕੀਤੀ ਹੈ। ਅਗਰ ਇੱਕ ਐਸਾ ਸਾਂਝਾ ਪਲੇਟਫਾਰਮ ਬਣਾ ਕੇ ਇੱਕ ਫਾਈਨੈਂਸ਼ੀਅਲ ਟਰਸਟ ਕ੍ਰੀਏਟ ਹੋਵੇ, ਉਸ ਟਰਸਟ ਦੇ ਵਿੱਚੋਂ ਦੀ ਜਿਹੜੇ ਸਾਡੇ ਲੋੜਵੰਦ ਵੀਰ ਸਿੱਖ ਭਰਾ ਦੁਨੀਆ 'ਚ ਬੈਠੇ ਨੇ, ਚਾਹੇ ਉਹ ਇੰਡੀਆ 'ਚ ਨੇ ਚਾਹੇ ਕਿਤੇ ਵੀ ਨੇ, ਉਹਨਾਂ ਦੀ ਮਦਦ ਕਰਨਾ, ਜੈਨੂਅਨ ਬੰਦੇ ਜਿਹੜੇ ਜੈਨੂਅਨ ਨੇ, ਅੰਡਰਲਾਈਨ ਕਾਈਂਡਲੀ ਅੰਡਰਲਾਈਨ ਜੈਨੂਅਨ ਬੰਦੇ, ਉਹਨਾਂ ਦੀ ਮਦਦ ਕੀਤੀ ਹੈ। ਜਿਹੜੇ ਰਾਗੀ ਨੇ, ਪਾਠੀ ਨੇ, ਪ੍ਰਚਾਰਕ ਨੇ, ਗ੍ਰੰਥੀ ਨੇ, ਇਹਨਾਂ ਦਾ ਫਿਊਚਰ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਅੱਜ ਕਿਸੇ ਰਾਗੀ ਦੀ ਆਵਾਜ਼ ਅਗਰ ਕਿਤੇ ਗਾਉਂਦਿਆਂ ਕਿਤੇ ਗਲਾ ਖਰਾਬ ਹੋ ਜਾਏ, ਤੇ ਮੈਂ ਸਮਝਦਾ ਨਹੀਂ ਕਿ ਉਸ ਬੰਦੇ ਨੂੰ ਕੋਈ ਕੱਲ ਨੂੰ ਰੋਟੀ ਪੁੱਛਣ ਵਾਲਾ ਹੋਏਗਾ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਉਹਦੇ ਪਾਸ ਕੁਝ ਨਹੀਂ ਹੈਗਾ, ਕਿਉਂਕਿ ਗਲਾ ਉਹਦੇ ਹੱਥ 'ਚ ਨਹੀਂ ਹੈ। ਸੋ ਏਦਾਂ ਹੀ ਕਈ ਸਾਰੀਆਂ ਸਮੱਸਿਆਵਾਂ ਨੇ, ਔਰ ਹਰ ਰਾਗੀ ਪ੍ਰਚਾਰਕ ਇਹ ਚਾਹੁੰਦਾ ਕਿ ਉਹਦਾ ਬੱਚਾ ਜਿਹੜਾ ਹੈ ਚੰਗੇ ਸਕੂਲ 'ਚ ਪੜ੍ਹੇ, ਅੱਛੀ ਵਿੱਦਿਆ ਪ੍ਰਾਪਤ ਕਰੇ। ਸੋ ਐਸਾ ਕੋਈ ਚੀਜ਼ ਅੱਜ ਤੁਹਾਡੇ ਜਿਹੜੇ ਲਫ਼ਜ਼ਾਂ ਨੂੰ ਮੈਂ ਇਕੱਠਾ ਕਰਕੇ ਅੱਜ ਮੈਂ ਗੱਲ ਦਰਸ਼ਕਾਂ ਦੀ ਝੋਲੀ 'ਚ ਪਾਈ ਹੈ ਕਿ ਜੇ ਉਹਨਾਂ ਨੂੰ ਚੰਗੀ ਲੱਗੇ ਤੇ ਜ਼ਰੂਰ ਸਾਡੇ ਦੁਨੀਆ ਭਰ 'ਚ ਬੈਠੇ ਜਿਹੜੇ ਸੌਖੇ ਸਿੱਖ ਨੇ ਉਹ ਇਸ ਬਾਰੇ ਵਿਚਾਰ ਕਰਨ, ਔਰ ਨਾ ਉਡੀਕਣ ਕੋਈ ਸੰਸਥਾ ਅੱਗੇ ਆਏਗੀ, ਆਪ ਹੀ ਸਿੱਖ ਸੰਸਥਾ ਹੈਗਾ, ਉਹ ਕੋਸ਼ਿਸ਼ ਕਰਨ ਔਰ ਹੋਵੇ ਜੁਆਇੰਟਲੀ ਇੱਕ ਪਲੇਟਫਾਰਮ ਤੋਂ ਹੋਵੇ, ਤਾਂ ਕਿ ਕਿਤੇ ਉਹਦਾ ਮਿਸਯੂਜ਼ ਨਾ ਸ਼ੁਰੂ ਹੋ ਜਾਵੇ। ਤੇ ਇਸ ਕਰਕੇ ਹੁਣ ਸਮਾਂ ਸਮਾਪਤ ਹੋ ਰਿਹਾ, ਤੇ ਮੈਂ ਹਰਜੋਤ ਸ਼ਾਹ ਸਿੰਘ ਜੀ ਨੂੰ ਬੇਨਤੀ ਕਰਾਂਗਾ, ਜਿਹੜੇ ਕਿ ਸਿੱਖੀ ਚੈਨਲ ਦੇ ਔਰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ, ਔਰ ਵਿਸ਼ੇਸ਼ ਕਰਕੇ ਸਾਡੇ ਮਹਿਮਾਨ ਸਰਦਾਰ ਸੁਰਿੰਦਰ ਸਿੰਘ ਜੀ ਕੰਡਾਰੀ ਸਾਹਿਬ ਦਾ ਧੰਨਵਾਦ ਕਰੀਏ, ਤਾਂ ਕਿ ਤੁਸੀਂ ਆਪਣਾ ਕੀਮਤੀ ਦਰਸ਼ਕਾਂ ਨੇ ਵੀ ਦਿੱਤਾ ਹੈ ਤੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ, ਔਰ ਅੱਜ ਦੀ ਗੱਲਬਾਤ ਕਰਨ ਦੇ ਵਿਚਕਾਰ ਅਸੀਂ ਬਹੁਤ ਸਾਰਾ ਖਜ਼ਾਨਾ ਤੁਹਾਡੇ ਕੋਲੋਂ ਲਿਆ। ਤੁਹਾਡਾ ਵੀ ਧੰਨਵਾਦ ਕਰਨਾ ਹੈ ਸਰਦਾਰ ਹਰਜੋਤ ਸ਼ਾਹ ਸਿੰਘ। ਧੰਨਵਾਦ ਸਰਦਾਰ ਕੁਲਮੋਹਨ ਸਿੰਘ ਜੀ। ਇੱਕ ਗੱਲ ਜਿਹੜੀ ਕੰਦਾਰੀ ਸਾਹਿਬ ਨੇ ਕੀਤੀ ਹੈ, ਉਹ ਗੱਲ ਕਾਬਿਲੇ ਤਾਰੀਫ ਹੈ ਕਿ ਬਈ ਜਿਹੜਾ ਹਰ ਅਗਰ ਸਿੱਖ ਦੀ ਮਦਦ ਕੀਤੀ ਜਾਵੇ, ਭਾਵੇਂ ਉਹ ਕਿੱਥੇ ਵੀ ਬੈਠਾ ਹੈ, ਉਹਦੇ ਵਿੱਚ ਇੱਕ ਚੀਜ਼ ਮੈਂ ਮੈਸੇਜ ਦੇ ਵਿੱਚ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕਿ ਅਗਰ ਅੱਜ ਇੱਕ ਸਿੱਖ ਪਰਿਵਾਰ ਕੇਵਲ ਇੱਕ ਸਿੱਖ ਪਰਿਵਾਰ ਦੀ ਹੈਲਪ ਕਰੇ, ਫਿਰ ਮੈਂ ਕਹਾਂਗਾ ਇੱਕ ਸਿੱਖ ਪਰਿਵਾਰ ਸਿਰਫ ਇੱਕ ਸਿੱਖ ਪਰਿਵਾਰ ਦੀ ਹੈਲਪ ਕਰੇ ਤਾਂ ਦੇਣ ਵਾਲੇ ਜ਼ਿਆਦਾ ਹੋ ਜਾਣਗੇ, ਲੈਣ ਵਾਲੇ ਘੱਟ ਹੋ ਜਾਣਗੇ। ਔਰ ਜਿਹੜੀ ਕੰਦਾਰੀ ਜੀ ਨੇ ਗੱਲ ਕੀਤੀ ਕਿ ਉਹਨਾਂ ਨੂੰ ਵੀ ਸਾਂਭਣਾ ਬਹੁਤ ਜ਼ਰੂਰੀ ਹੈ, ਔਰ ਮੈਂ ਉਹਨਾਂ ਨੂੰ ਸਲੂਟ ਕਰਾਂਗਾ, ਕਿਉਂਕਿ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਖਾਸ ਕਰ ਕੋਵਿਡ ਦੇ ਵਿੱਚ ਜੋ ਸੇਵਾਵਾਂ ਰਹੀਆਂ ਨੇ ਉਹ ਵੀ ਕਾਬਲੇ ਤਾਰੀਫ ਨੇ, ਔਰ ਕੱਲੀਆਂ ਉਹ ਨਹੀਂ ਕਿ ਇਹ ਸੇਵਾਵਾਂ ਉਹਨਾਂ ਨੇ ਕੋਵਿਡ ਤੋਂ ਅਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ ਉਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਲਗਾਤਾਰ ਸਿੱਖ ਕੌਮ ਨੂੰ
ਸਿੱਖ ਵੀਰਾਂ ਨੂੰ, ਸਿੱਖ ਬੱਚਿਆਂ ਨੂੰ ਜੋ ਉਹ ਸੇਵਾਵਾਂ ਦੇ ਰਹੇ ਨੇ, ਕਿਉਂਕਿ ਉਹ ਕਹਿੰਦੇ ਨੇ ਜਿਹੜੀ ਗੱਲ ਸਟਾਰਟਿੰਗ ਵਿੱਚ ਕੀਤੀ ਕਿ ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਬਿਨਾ, ਉਹਨਾਂ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ। ਔਰ ਸੱਚ ਜਾਣਿਓ ਬਜ਼ੁਰਗ ਜਿਹੜੇ ਨੇ ਉਹ ਵੀ ਵਧਾਈ ਦੇ ਪਾਤਰ ਸਨ, ਜਿਨ੍ਹਾਂ ਨੇ ਇਹੋ ਜਿਹੇ ਚੰਗੀ ਸੋਚ ਸੁਰਿੰਦਰ ਸਿੰਘ ਕੰਧਾਰੀ ਜੀ ਨੂੰ ਦਿੱਤੀ। ਕੰਧਾਰੀ ਜੀ ਆਪ ਜੀ ਨੂੰ ਅਸੀਂ ਧੰਨਵਾਦ ਕਰਦੇ ਹਾਂ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਾਂਗੇ, ਗੁਰੂ ਸਾਹਿਬ ਆਪ ਨੂੰ ਚੜ੍ਹਦੀ ਕਲਾ ਬਖਸ਼ਣ, ਸਿਹਤ ਬਖਸ਼ਣ, ਤਾਕਤ ਬਖਸ਼ਣ, ਹਿੰਮਤ ਬਖਸ਼ਣ। ਜਿਸ ਤਰ੍ਹਾਂ ਆਪ ਜੀ ਸਿੱਖ ਘਰਾਣੇ ਦੀ, ਸਿੱਖ ਕੌਮ ਦੀ ਸੇਵਾ ਕਰਦੇ ਪਏ ਹੋ, ਉਵੇਂ ਅੱਗੇ ਵੀ ਕਰਦੇ ਰਹੋ। ਕੁਲਮੋਹਨ ਜੀ, ਮੈਂ ਇੱਕ ਹੋਰ ਗੱਲ ਜਿਹੜੀ ਸਟਾਰਟ ਵਿੱਚ ਆਪ ਜੀ ਨੇ ਕਹੀ ਕਿ ਕਿਥੇ ਨਾ ਕਿਥੇ ਉਹਨਾਂ ਦੀ ਪਰਿਵਾਰ ਦੇ ਨਾਲ ਨਾਲ ਮਿਸਿਸ ਜਿਹੜੇ ਨੇ, ਮਿਸਿਸ ਕੰਧਾਰੀ ਨੇ, ਉਹਨਾਂ ਦਾ ਵੀ ਕਾਫੀ ਯੋਗਦਾਨ ਹੈ। ਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਹੁਤ ਜਲਦ, ਕਿਉਂਕਿ ਉਹਨਾਂ ਦਾ ਯੋਗਦਾਨ ਇਹਨਾਂ ਨਾਲ ਹੀ ਨਹੀਂ, ਉਹਨਾਂ ਵੱਲੋਂ ਵੀ ਕਈ ਉਪਰਾਲੇ ਔਰ ਕਈ ਪ੍ਰੋਜੈਕਟ ਕੀਤੇ ਜਾ ਰਹੇ ਨੇ, ਉਹ ਵੀ ਅਸੀਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਉਹਨਾਂ ਨਾਲ ਜ਼ਰੂਰ ਸਾਂਝ ਕਰਾਂਗੇ। ਫਤਿਹ ਗਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ